ਗਜਨੀ ਦੇ ਹਾਕਮ ਦੇ ਮੀਰ ਮੁੰਸ਼ੀ ਛੱਜੂ ਰਾਮ ਦੇ ਘਰ ਭਾਈ ਨੰਦ ਲਾਲ ਜੀ ਦਾ ਜਨਮ ਗਜਨੀ ਸ਼ਹਿਰ ਵਿੱਚ ਹੋਇਆ। ਜਦ ਨੰਦ ਲਾਲ ਜੀ 12 ਸਾਲ ਦੇ ਹੋਏ ਤਾਂ ਇਹਨਾਂ ਦੇ ਪਿਤਾ ਜੀ ਨੇ ਆਪਣੇ ਗੁਰੂ ਬੈਰਾਗੀ ਸਾਧੂ ਨੂੰ ਇਹਨਾਂ ਦੇ ਗਲ ਕੰਠੀ ਪਾਉਣ ਦੀ ਰਸਮ ਵਾਸਤੇ ਸੱਦਿਆ। ਜਦ ਨੰਦ ਲਾਲ ਜੀ ਨੂੰ ਬੈਰਾਗੀ ਗੁਰੂ ਨੇ ਉਪਦੇਸ਼ ਦੇ ਕੇ ਕੰਠੀ ਗਲ ਵਿੱਚ ਪਾਉਣ ਵਾਸਤੇ ਆਖਿਆ ਤਾਂ ਆਪ ਜੀ ਨੇ ਹੱਥ ਜੋੜ ਕੇ ਕਿਹਾ, ਇਸ ਕੰਠੀ ਤੋਂ ਮੈਨੂੰ ਕੋਈ ਆਨੰਦ ਪ੍ਰਤੀਤ ਨਹੀਂ ਹੁੰਦਾ। ਮੇਰੇ ਗਲ ਤੁਸੀਂ ਉਹ ਕੰਠੀ ਪਾਵੋ ਜਿਸ ਵਿੱਚ ਪਰਮੇਸ਼ਰ ਦਾ ਜਸ ਹੋਵੇ ਅਤੇ ਜਿਸ ਨੂੰ ਜਪਣ ਨਾਲ ਮੈਨੂੰ ਸਦਾ ਹੀ ਆਨੰਦ ਰਹੇ। ਨੰਦ ਲਾਲ ਦੀ ਇਹ ਗੱਲ ਸੁਣ ਕੇ ਬੈਰਾਗੀ ਗੁਰੂ ਬੜਾ ਪ੍ਰਸੰਨ ਹੋਇਆ ਅਤੇ ਉਸ ਦੇ ਪਿਤਾ ਨੂੰ ਕਿਹਾ, ਇਹ ਬਾਲਕ ਬੜਾ ਬੁੱਧੀਵਾਨ ਹੈ। ਨੰਦ ਲਾਲ ਦੀ ਇਹ ਗੱਲ ਸੁਣ ਕੇ ਬੈਰਾਗੀ ਗੁਰੂ ਬੜਾ ਪ੍ਰਸੰਨ ਹੋਇਆ ਅਤੇ ਉਸ ਦੇ ਪਿਤਾ ਨੂੰ ਕਿਹਾ ਕਿ ਇਹ ਬਾਲਕ ਬੜਾ ਬੁੱਧੀਵਾਨ ਹੈ। ਮੇਰੇ ਪਾਸ ਐਸੀ ਕੰਠੀ ਨਹੀਂ ਹੈ, ਜਿਸ ਪਾਸ ਹੋਵੇਗੀ ਉਸ ਤੋਂ ਇਹ ਲੈ ਲਵੇਗਾ। ਇਹ ਬਾਲਕ ਹਰੀ ਭਗਤ ਹੈ, ਇਹ ਹਿਰਦੇ ਵਿੱਚ ਹਰੀ ਨਾਮ ਦੀ ਮਾਲਾ ਪਰੋਵੇਗਾ। ਉਪਰੰਤ ਨੰਦ ਲਾਲ 18 ਸਾਲ ਦੀ ਉਮਰ ਤੱਕ ਫਾਰਸੀ ਇਲਮ ਪੜ੍ਹ ਕੇ ਬੜਾ ਲਾਇਕ ਹੋ ਗਿਆ। ਇਸ ਨੂੰ ਹੋਣਹਾਰ ਅਕਲਮੰਦ ਵੇਖ ਕੇ ਸ਼ਾਹਜ਼ਾਦਾ ਬਹਾਦਰ ਸ਼ਾਹ ਨੇ ਆਪਣੇ ਪਾਸ ਨੌਕਰ ਰੱਖ ਲਿਆ। ਪਰ ਨੰਦ ਲਾਲ ਨੂੰ ਰਾਤ ਦਿਨ ਪੂਰਾ ਗੁਰੂ ਧਾਰਨ ਦੀ ਲਗਨ ਲੱਗੀ ਰਹੀ। ਕੁਝ ਸਮੇਂ ਉਪਰੰਤ ਉਸ ਨੂੰ ਪਤਾ ਲੱਗਾ ਕਿ ਇਸ ਵੇਲੇ ਅਨੰਦਪੁਰ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਉੱਤੇ ਬਿਰਾਜਮਾਨ ਹਨ, ਉਹ ਪੂਰਨ ਗਿਆਨ ਦਾਤਾ ਹਨ। ਉਹ ਆਪਣੇ ਬਚਨਾਂ ਨਾਲ ਹੀ ਸਿੱਖਾਂ ਦੀ ਕਲਿਆਣ ਕਰ ਦਿੰਦੇ ਹਨ ਅਤੇ ਅਨੇਕ ਪ੍ਰਕਾਰ ਦੇ ਵਿਘਨਾਂ ਨੂੰ ਦੂਰ ਕਰ ਦਿੰਦੇ ਹਨ। ਜਦ ਭਾਈ ਨੰਦ ਲਾਲ ਜੀ ਨੇ ਇਸ ਤਰ੍ਹਾਂ ਗੁਰੂ ਜੀ ਦਾ ਬਹੁਤ ਜਸ ਸੁਣਿਆ ਤਾਂ ਉਹ ਅਨੰਦਪੁਰ ਪਹੁੰਚ ਗਏ। ਭਾਈ ਜੀ ਨੇ ਹਿਰਦੇ ਵਿੱਚ ਇਹ ਧਾਰਨਾ ਧਾਰ ਲਈ ਕਿ ਜੇਕਰ ਗੁਰੂ ਜੀ ਮੇਰੇ ਮਨ ਦਾ ਮਨੋਰਥ ਸਮਝ ਕੇ ਆਪ ਹੀ ਮੈਨੂੰ ਆਵਾਜ਼ ਮਾਰ ਕੇ ਹਾਲ ਪੁੱਛਣਗੇ ਤਾਂ ਮੈਂ ਉਹਨਾਂ ਨੂੰ ਅੰਤਰਜਾਮੀ ਜਾਣਾਂਗਾ। ਇਹ ਮਨੋਰਥ ਮਨ ਵਿੱਚ ਧਾਰ ਕੇ ਨੰਦ ਲਾਲ ਇਕਾਂਤ ਬੈਠ ਕੇ ਮਨ ਵਿੱਚ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਆਰਾਧਨਾ ਕਰਦਾ ਰਿਹਾ। ਕੁਝ ਦਿਨ ਉਪਰੰਤ ਜਦ ਭਾਈ ਜੀ ਦੇ ਪ੍ਰੇਮ ਨੇ ਗੁਰੂ ਜੀ ਦੇ ਮਨ ਨੂੰ ਬਹੁਤ ਖਿੱਚ ਪਾਈ ਤਾਂ ਆਪ ਜੀ ਨੇ ਇੱਕ ਮੇਵੜੇ ਨੂੰ ਹੁਕਮ ਕੀਤਾ ਕਿ ਜਾਓ, ਉੱਥੇ ਇੱਕ ਸਿੱਖ ਨੰਦ ਲਾਲ ਨਾਮ ਦਾ ਬੈਠਾ ਹੋਇਆ, ਉਸ ਨੂੰ ਬੁਲਾ ਲਿਆਓ। ਜਦ ਮੇਵੜੇ ਨੇ ਜਾ ਕੇ ਪੁੱਛਿਆ ਕਿ ਤੁਹਾਡਾ ਨਾਮ ਨੰਦ ਲਾਲ ਹੈ, ਤੁਹਾਨੂੰ ਗੁਰੂ ਜੀ ਬੁਲਾਉਂਦੇ ਹਨ, ਤਾਂ ਭਾਈ ਜੀ ਬੜੇ ਪ੍ਰਸੰਨ ਹੋ ਕੇ ਮੇਵੜੇ ਦੇ ਨਾਲ ਚੱਲ ਪਏ ਅਤੇ ਹਾਜ਼ਰ ਹੋ ਕੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਦਰਸ਼ਨ ਪਰਸ ਕੇ ਬੇਨਤੀ ਕੀਤੀ ਕਿ ਸਤਿਗੁਰ ਜੀਓ, ਮੈਂ ਤੁਹਾਡੀ ਸ਼ਰਨ 'ਚ ਆਇਆ ਹਾਂ, ਮੇਰਾ ਜਨਮ ਮਰਨ ਕੱਟ ਦਿਓ। ਸਤਿਗੁਰ ਜੀ ਨੇ ਭਾਈ ਜੀ ਦੇ ਪ੍ਰੇਮ ਅਤੇ ਸ਼ਰਧਾ ਨੂੰ ਵੇਖ ਕੇ ਨਦਰੀ ਨਦਰ ਨਿਹਾਲ ਕਰ ਦਿੱਤਾ ਤੇ ਬਾਣੀ ਪੜ੍ਹ ਕੇ ਇੱਕ ਉਪਦੇਸ਼ ਦਿੱਤਾ। ਸਤਿਗੁਰ ਜੀ ਦੇ ਉਪਦੇਸ਼ ਰੂਪੀ ਬਾਣ ਨਾਲ ਭਾਈ ਨੰਦ ਲਾਲ ਦਾ ਹਿਰਦਾ ਵਿੰਨਿਆ ਗਿਆ ਤੇ ਚਰਨਾਂ ਤੋਂ ਵਿਛੜ ਕੇ ਹੋਰ ਕਿਤੇ ਜਾਣ ਜੋਗੇ ਨਾ ਰਹੇ। ਭਾਈ ਜੀ ਸਤਿਗੁਰ ਜੀ ਦੀ ਸੇਵਾ ਵਿੱਚ ਹੀ ਬਹੁਤ ਸਮਾਂ ਟਿਕੇ ਰਹੇ ਅਤੇ ਪ੍ਰੇਮ ਸ਼ਰਧਾ ਨਾਲ ਭਰੇ ਹੋਏ ਫਾਰਸੀ ਜ਼ਬਾਨ ਵਿੱਚ ਆਪ ਜੀ ਦੀ ਉਪਮਾ ਵਿੱਚ ਕਵਿਤਾ ਰਚ ਕੇ ਆਪ ਜੀ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦੇ ਰਹੇ। ਕੁਝ ਸਮਾਂ ਗੁਰੂ ਜੀ ਦੇ ਚਰਨਾਂ ਵਿੱਚ ਬਤੀਤ ਕਰਕੇ ਭਾਈ ਜੀ ਫੇਰ ਸ਼ਹਿਜ਼ਾਦਾ ਬਹਾਦਰ ਸ਼ਾਹ ਦੇ ਜ਼ੋਰ ਦੇਣ ਤੇ ਉਸ ਪਾਸ ਹੀ ਚਲੇ ਗਏ। ਬਾਦਸ਼ਾਹ ਔਰੰਗਜ਼ੇਬ ਨੇ ਬਹੁਤ ਸਾਰੇ ਮੁਲਾਣੇ ਆਪਣੇ ਪਾਸ ਕੁਰਾਨ ਦੇ ਅਰਥ ਸੁਣਨ ਵਾਸਤੇ ਨੌਕਰ ਰੱਖੇ ਹੋਏ ਸਨ। ਪਰ ਇੱਕ ਦਿਨ ਇੱਕ ਲਫ਼ਜ਼ ਐਸਾ ਆਇਆ ਕਿ ਜਿਸ ਦਾ ਸਪਸ਼ਟ ਅਰਥ ਕਰਕੇ ਔਰੰਗਜ਼ੇਬ ਦੀ ਕੋਈ ਮੌਲਵੀ ਵੀ ਤਸੱਲੀ ਨਾ ਕਰਾ ਸਕਿਆ। ਔਰੰਗਜ਼ੇਬ ਨੂੰ ਜਦ ਕਿਸੇ ਪਾਸੋਂ ਵੀ ਤਸੱਲੀ ਨਾ ਹੋਈ ਤਾਂ ਉਸਨੇ ਬਹਾਦਰ ਸ਼ਾਹ ਨੂੰ ਅਰਥ ਕਰਨ ਵਾਸਤੇ ਆਖਿਆ। ਬਹਾਦਰ ਸ਼ਾਹ ਨੇ ਕਿਹਾ, ਇਸ ਦਾ ਅਰਥ ਸੋਚ ਕੇ ਮੈਂ ਆਪ ਜੀ ਨੂੰ ਤੀਸਰੇ ਪਹਿਰ ਦੱਸਾਂਗਾ। ਬਹਾਦਰ ਸ਼ਾਹ ਨੇ ਘਰ ਆਣ ਕੇ ਭਾਈ ਨੰਦ ਲਾਲ ਨੂੰ ਦੱਸਿਆ ਕਿ ਜਿਹੜੇ ਔਖੇ ਲਫ਼ਜ਼ ਦਾ ਅਰਥ ਬੜੇ ਚਿਰ ਤੋਂ ਅੜਿਆ ਹੋਇਆ ਹੈ, ਕੋਈ ਮੌਲਵੀ ਜਿਸ ਨੂੰ ਹੱਲ ਨਹੀਂ ਕਰ ਸਕਿਆ, ਉਹ ਅੱਜ ਬਾਦਸ਼ਾਹ ਨੇ ਮੈਨੂੰ ਪੁੱਛਿਆ ਹੈ ਤਾਂ ਮੈਂ ਉਸ ਨੂੰ ਤੀਸਰੇ ਪਹਿਰ ਅਰਥ ਦੱਸਣ ਦਾ ਇਕਰਾਰ ਕਰਕੇ ਆਇਆ ਹਾਂ। ਪਰ ਮੈਨੂੰ ਸਮਝ ਕੁਝ ਨਹੀਂ ਆਉਂਦਾ, ਜਿਸ ਕਰਕੇ ਮੈਨੂੰ ਬਹੁਤ ਚਿੰਤਾ ਲੱਗੀ ਹੋਈ ਹੈ। ਬਹਾਦਰ ਸ਼ਾਹ ਤੋਂ ਇਹ ਗੱਲ ਸੁਣ ਕੇ ਨੰਦ ਲਾਲ ਨੇ ਉਸ ਦੇ ਬੜੇ ਸਪਸ਼ਟ ਅਰਥ ਕਰਕੇ ਸਮਝਾ ਦਿੱਤੇ, ਜਿਸ ਨੂੰ ਸਮਝ ਕੇ ਬਹਾਦਰ ਸ਼ਾਹ ਬੜਾ ਪ੍ਰਸੰਨ ਹੋ ਗਿਆ ਅਤੇ ਭਾਈ ਨੰਦ ਲਾਲ ਨੂੰ ਬਹੁਤ ਮਾਣ ਵਡਿਆਈ ਨਾਲ ਸਿਰੋਂ ਪਾਉ ਦਿੱਤਾ। ਤੀਸਰੇ ਪਹਿਰ ਜਦ ਸ਼ਹਿਜ਼ਾਦੇ ਨੇ ਔਰੰਗਜ਼ੇਬ ਪਾਸ ਜਾ ਕੇ ਉਸ ਕਠਿਨ ਪਦ ਦਾ ਅਰਥ ਕਰਕੇ ਸੁਣਾਇਆ ਤਾਂ ਔਰੰਗਜ਼ੇਬ ਨੇ ਬੜਾ ਹੈਰਾਨ ਹੋ ਕੇ ਪੁੱਛਿਆ ਕਿ ਇਹ ਅਰਥ ਤੂੰ ਆਪ ਕੀਤੇ ਹਨ ਜਾਂ ਕਿਸੇ ਪਾਸੋਂ ਪੁੱਛੇ ਹਨ, ਸੱਚ ਦੱਸ। ਇਸ ਦੇ ਉੱਤਰ ਵਿੱਚ ਸ਼ਹਿਜ਼ਾਦੇ ਨੇ ਦੱਸਿਆ ਕਿ ਜਹਾਂਪਨਾਹ, ਇਹ ਅਰਥ ਮੇਰੇ ਮੀਰ ਮੁੰਸ਼ੀ ਨੰਦ ਲਾਲ ਨੇ ਕੀਤੇ ਹਨ। ਔਰੰਗਜ਼ੇਬ ਨੇ ਕਿਹਾ, ਅੱਛਾ, ਕੱਲ ਉਸ ਨੂੰ ਮੇਰੇ ਪਾਸ ਲਿਆਓ, ਮੈਂ ਉਸ ਨੂੰ ਵੇਖਣਾ ਚਾਹੁੰਦਾ ਹਾਂ, ਉਹ ਬੜਾ ਅਕਲਮੰਦ ਜਾਪਦਾ ਹੈ।
ਦੂਸਰੇ ਦਿਨ ਜਦ ਸ਼ਹਿਜ਼ਾਦੇ ਨੇ ਨੰਦ ਲਾਲ ਨੂੰ ਬਾਦਸ਼ਾਹ ਦੇ ਹਾਜ਼ਰ ਕੀਤਾ ਤਾਂ ਬਾਦਸ਼ਾਹ ਉਸ ਨੂੰ ਵੇਖ ਕੇ ਬੜਾ ਖੁਸ਼ ਹੋਇਆ ਤੇ ਆਖਿਆ, ਤੈਨੂੰ 100 ਵਾਰ ਸ਼ਾਬਾਸ਼ ਹੈ, ਤੂੰ ਇਹ ਅਰਥ ਠੀਕ ਕੀਤਾ ਹੈ। ਪਿੱਛੋਂ ਸ਼ਹਿਜ਼ਾਦੇ ਨੂੰ ਔਰੰਗਜ਼ੇਬ ਨੇ ਕਿਹਾ ਕਿ ਇਸ ਦਾ ਹਿੰਦੂ ਹੋਣਾ ਮੈਨੂੰ ਚੰਗਾ ਨਹੀਂ ਲੱਗਦਾ, ਇਸ ਨੂੰ ਜਿਵੇਂ ਕਿਵੇਂ ਕਰਕੇ ਆਪਣੇ ਦੀਨ ਵਿੱਚ ਲੈ ਆਵੋ। ਐਸਾ ਅਕਲਮੰਦ ਆਦਮੀ ਮੁਸਲਮਾਨ ਹੋਣਾ ਚਾਹੀਦਾ ਹੈ, ਹਿੰਦੂਆਂ ਵਿੱਚ ਇਹੋ ਜਿਹਾ ਅਕਲਮੰਦ ਨਹੀਂ ਚਾਹੀਦਾ। ਬਾਦਸ਼ਾਹ ਦੀ ਇਹ ਇੱਛਾ ਸਮਝ ਕੇ ਬਹਾਦਰ ਸ਼ਾਹ ਨੇ ਭਾਈ ਨੰਦ ਲਾਲ ਨੂੰ ਕਿਹਾ ਕਿ ਤੂੰ ਇੱਥੋਂ ਚਲਿਆ ਜਾ, ਨਹੀਂ ਤਾਂ ਬਾਦਸ਼ਾਹ ਦਾ ਇਰਾਦਾ ਤੈਨੂੰ ਮੁਸਲਮਾਨ ਕਰ ਦੇਣ ਦਾ ਹੈ। ਤੂੰ ਮੇਰਾ ਮਿੱਤਰ ਹੈ, ਇਸ ਵਾਸਤੇ ਮੈਂ ਤੈਨੂੰ ਦੱਸ ਦਿੱਤਾ ਹੈ, ਹੋਰ ਮੈਂ ਤੇਰੀ ਕੋਈ ਸਹਾਇਤਾ ਨਹੀਂ ਕਰ ਸਕਦਾ। ਸ਼ਹਿਜ਼ਾਦੇ ਪਾਸੋਂ ਇਹ ਗੱਲ ਸੁਣ ਕੇ ਨੰਦ ਲਾਲ ਜੀ ਨੇ ਆਪਣੇ ਮਿੱਤਰ ਦਰੋਗੇ ਨਾਲ ਸਾਰੀ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਮੈਂ ਵੀ ਇਸ ਪਾਸ ਨਹੀਂ ਰਹਿਣਾ ਚਾਹੁੰਦਾ, ਮੈਂ ਵੀ ਤੇਰੇ ਨਾਲ ਗੁਰੂ ਜੀ ਪਾਸ ਜਾ ਕੇ ਜਨਮ ਮਰਨ ਸਵਾਰਾਂਗਾ। ਇਸ ਤਰ੍ਹਾਂ ਦਰੋਗਾ ਵੀ ਭਾਈ ਨੰਦ ਲਾਲ ਜੀ ਦੇ ਨਾਲ ਹੀ ਗੁਰੂ ਜੀ ਪਾਸ ਆਨੰਦਪੁਰ ਆ ਗਿਆ। ਭਾਈ ਨੰਦ ਲਾਲ ਜੀ ਨੇ ਹਾਜ਼ਰ ਹੋ ਕੇ ਸਤਿਗੁਰ ਜੀ ਦੇ ਚਰਨ ਪਰਸੇ ਅਤੇ ਆਪਣੀ ਪੁਸਤਕ ਬੰਦਗੀਨਾਮਾ ਆਪ ਜੀ ਦੀ ਮਹਿਮਾ ਵਿੱਚ ਲਿਖੀ ਹੋਈ ਆਪ ਜੀ ਦੀ ਭੇਟਾ ਕੀਤੀ। ਸਤਿਗੁਰ ਜੀ ਨੇ ਉਸ ਨੂੰ ਪੜ੍ਹ ਅਤੇ ਸੁਣ ਕੇ ਆਖਿਆ, ਇਹ ਬੰਦਗੀਨਾਮਾ ਨਹੀਂ ਸਗੋਂ ਜ਼ਿੰਦਗੀਨਾਮਾ ਹੈ, ਕਿਉਂਕਿ ਇਹ ਜ਼ਿੰਦਗੀ ਨੂੰ ਸੁੱਖ ਦੇਣ ਵਾਲਾ ਹੈ। ਇਸ ਉਪਰੰਤ ਭਾਈ ਨੰਦ ਲਾਲ ਦੇ ਸਾਥੀ ਮੀਰ ਦਰੋਗੇ ਨੇ 1500 ਅਸ਼ਰਫੀ ਗੁਰੂ ਜੀ ਦੀ ਭੇਟਾ ਰੱਖ ਕੇ ਮੱਥਾ ਟੇਕਿਆ। ਗੁਰੂ ਜੀ ਨੇ ਹੱਸ ਕੇ ਪੁੱਛਿਆ, ਦਰੋਗਾ ਜੀ ਤੁਸੀਂ ਕਿਸ ਦੇ ਚੇਲੇ ਹੋ? ਤੁਸਾਂ ਕਿਸ ਗੁਰੂ ਪਾਸੋਂ ਸਿੱਖਿਆ ਲਈ ਹੈ? ਦਰੋਗਾ ਜੋ ਜਾਤ ਦਾ ਸੈਯਦ ਸੀ ਉਸਨੇ ਕਿਹਾ, ਜੀ ਮੇਰਾ ਗੁਰੂ ਨੰਦ ਲਾਲ ਹੈ, ਮੈਂ ਇਸ ਦਾ ਸਿੱਖ ਬਣ ਕੇ ਇਸ ਤੋਂ ਉਪਦੇਸ਼ ਲਿਆ ਹੈ। ਭਾਈ ਆਲਮ ਸਿੰਘ ਰਤਨ ਜੋ ਇਸ ਵੇਲੇ ਪਾਸ ਖੜਾ ਸੀ ਉਸਨੇ ਸੈਯਦ ਨੂੰ ਕਿਹਾ ਕਿ ਤੂੰ ਗੁਰੂ ਜੀ ਦੀ ਬੇਅਦਬੀ ਕੀਤੀ ਹੈ, ਇਹਨਾਂ ਦੇ ਹੁੰਦਿਆਂ ਹੀ ਤੂੰ ਇਹਨਾਂ ਦੇ ਇੱਕ ਸਿੱਖ ਨੂੰ ਗੁਰੂ ਆਖਿਆ ਹੈ, ਇਹਨਾਂ ਤੋਂ ਬਿਨਾਂ ਹੋਰ ਕੋਈ ਪੁਰਸ਼ ਗੁਰੂ ਨਹੀਂ ਹੈ। ਇਹ ਗੱਲ ਸੁਣ ਕੇ ਸੈਯਦ ਚੁੱਪ ਹੋ ਰਿਹਾ, ਪਰ ਗੁਰੂ ਜੀ ਨੇ ਉਸ ਦੇ ਮਨ ਦੀ ਜਾਣ ਕੇ ਆਲਮ ਸਿੰਘ ਨੂੰ ਆਖਿਆ, ਤੂੰ ਇਸ ਨੂੰ ਕੁਛ ਨਾ ਆਖ, ਅਸੀਂ ਨੰਦ ਲਾਲ ਨੂੰ ਗੁਰੂ ਪਦ ਦੀ ਬਖਸ਼ਿਸ਼ ਕਰਦੇ ਹਾਂ, ਜੋ ਇਸ ਦਾ ਸਿੱਖ ਬਣੇਗਾ ਸੁੱਖ ਪਾਏਗਾ। ਨੰਦ ਲਾਲ ਨੇ ਮੈਨੂੰ ਪਛਾਣ ਲਿਆ ਹੈ, ਇਸ ਕਰਕੇ ਇਸ ਨੂੰ ਗੁਰਮੁਖ ਗੁਰਪਦ ਦੀ ਬਖਸ਼ਿਸ਼ ਹੋਈ ਹੈ। ਦਰੋਗੇ ਬਾਬਤ ਆਪ ਜੀ ਨੇ ਆਲਮ ਸਿੰਘ ਨੂੰ ਫਰਮਾਇਆ ਕਿ ਇਹ ਬੜਾ ਧਰਮੀ ਹੈ, ਜਿਸ ਨੇ ਨੰਦ ਲਾਲ ਤੋਂ ਸਿੱਖਿਆ ਲਈ ਹੈ, ਤੂੰ ਇਹਨਾਂ ਨੂੰ ਹਾਸ ਬਲਾਸ ਦੀਆਂ ਮੋਟੀਆਂ ਗੱਲਾਂ ਨਾ ਆਖ। ਇਸ ਤਰ੍ਹਾਂ ਭਾਈ ਨੰਦ ਲਾਲ ਜੀ ਅਤੇ ਦਰੋਗਾ ਬੜੇ ਪ੍ਰੇਮ ਨਾਲ ਗੁਰੂ ਜੀ ਦੇ ਪਾਸ ਟਿਕ ਕੇ ਆਪਣਾ ਜੀਵਨ ਸੁਖੀ ਸੁਖੀ ਬਤੀਤ ਕਰਦੇ ਰਹੇ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।